ਇੱਕ ਓਂਕਾਰ ਸਤਿਗੁਰ ਪ੍ਰਸਾਦ। ਅਰੂਪ ਹੈ ਅਨੂਪ ਹੈ, ਕਾਇਨਾਤ ਨੂੰ ਬਣਾਉਣ ਵਾਲਾ ਇੱਕ ਹੈ, ਔਰ ਉਹ ਰੂਪ ਤੋਂ ਰਹਿਤ ਹੈ। ਉਸ ਦਾ ਕੋਈ ਰੂਪ ਨਹੀਂ ਹੈ, ਉਹ ਅਰੂਪ ਹੈ। ਉਸ ਦੀ ਕੋਈ ਸ਼ਕਲ ਨਹੀਂ ਹੈ, ਉਸ ਦਾ ਕੋਈ ਸਰੀਰ ਨਹੀਂ ਹੈ। ਕਿਉਂ ਨਹੀਂ ਹੈ ਉਸ ਦਾ ਸਰੀਰ, ਕਿਉਂ ਨਹੀਂ ਹੈ ਉਸ ਦੀ ਸ਼ਕਲ, ਕਿਉਂ ਨਹੀਂ ਹੈ ਉਸ ਦਾ ਰੂਪ? ਕਿਉਂਕਿ ਉਹ ਰੱਬੀ ਗਿਆਨ ਹੈ, ਰੱਬੀ ਪ੍ਰਕਾਸ਼ ਹੈ, ਰੱਬੀ ਪਰਉਪਕਾਰ ਹੈ, ਸੱਚਾਈ ਹੈ, ਨਿਮਰਤਾ ਹੈ, ਦਇਆ ਹੈ, ਖਿਮਾ ਹੈ, ਸਬਰ ਹੈ, ਸੰਤੋਖ ਹੈ, ਹੁਕਮ ਹੈ, ਰਜਾ ਹੈ, ਨੇਕੀ ਹੈ, ਈਮਾਨਦਾਰੀ ਹੈ, ਪਾਕ ਹੈ, ਨਿਰਮਲ ਹੈ, ਸੇਵਾ ਹੈ, ਬਚਨ ਹੈ, ਕਲਾਮ ਹੈ, ਸ਼ਬਦ ਹੈ। ਉਹ ਬੇਅੰਤ ਹੈ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਬਰ ਨਾ ਸਾਕੂ, ਤੂੰ ਠਾਕੁਰ ਊਚ ਭਗਵਾਨਾ। ਉਹ ਪਰਮੇਸ਼ਰ ਗੁਣਾਂ ਦਾ ਖਜ਼ਾਨਾ ਹੈ, ਜਿਹੜਾ ਕਦੀ ਮੁੱਕਦਾ ਨਹੀਂ ਹੈ, ਵੱਧਦਾ ਹੀ ਜਾਂਦਾ ਹੈ, ਵੱਧਦਾ ਹੀ ਜਾਂਦਾ ਹੈ। ਸ਼ਬਦ ਅਖੁੱਟ ਬਾਬਾ ਨਾਨਕਾ, ਉਹ ਕਦੇ ਘਟਣ ਵਾਲਾ ਮੁੱਕਣ ਵਾਲਾ ਨਹੀਂ ਹੈ ਖਜ਼ਾਨਾ। ਜਿੰਨੇ ਵੀ ਬੇਅੰਤ ਗੁਣ ਹਨ, ਜਿਨ੍ਹਾਂ ਦਾ ਅੰਤ ਹੀ ਨਹੀਂ ਹੈ, ਇਹਨਾਂ ਦਾ ਕੋਈ ਰੂਪ ਨਹੀਂ ਹੈ। ਦੱਸੋ, ਸੱਚਾਈ ਦਾ ਕੋਈ ਰੂਪ ਹੈ? ਅੱਛਾਈ ਦਾ ਕੋਈ ਰੂਪ ਹੈ? ਸ਼ਬਦ ਦਾ ਕੋਈ ਰੂਪ ਹੈ? ਨਿਮਰਤਾ ਦਾ ਕੋਈ ਰੂਪ ਹੈ? ਸੇਵਾ ਦਾ ਕੋਈ ਰੂਪ ਹੈ? ਦਇਆ ਦਾ ਕੋਈ ਰੂਪ ਹੈ? ਖਿਮਾ ਦਾ ਕੋਈ ਰੂਪ ਹੈ? ਕਿਰਪਾ ਦਾ ਕੋਈ ਰੂਪ ਹੈ? ਹੁਕਮ ਦਾ ਕੋਈ ਰੂਪ ਹੈ? ਰਜਾ ਦਾ ਕੋਈ ਰੂਪ ਹੈ? ਸਬਰ ਦਾ ਕੋਈ ਰੂਪ ਹੈ? ਸੰਤੋਖ ਦਾ ਕੋਈ ਰੂਪ ਹੈ? ਨੇਕੀ ਇਮਾਨਦਾਰ ਦਾ ਕੋਈ ਰੂਪ ਹੈ? ਪਾਕ ਪਵਿੱਤਰਤਾ ਦਾ ਕੋਈ ਰੂਪ ਹੈ? ਸ਼ਰਧਾ ਭਾਵਨਾ ਦਾ ਕੋਈ ਰੂਪ ਹੈ? ਕੋਈ ਸਰੀਰ ਹੈ ਇਹਨਾਂ ਦਾ? ਇਹ ਤਾਂ ਗੁਣ ਹਨ, ਇਹ ਤਾਂ ਰੱਬ ਦੇ ਗੁਣ ਹਨ, ਬੇਅੰਤ ਗੁਣ ਹਨ, ਜਿਨ੍ਹਾਂ ਦਾ ਅੰਤ ਨਹੀਂ ਹਨ। ਇਹਨਾਂ ਦਾ ਤਾਂ ਆਪਣਾ ਰੂਪ ਨਹੀਂ ਹੈ, ਔਰ ਇਹ ਕਿਸੇ ਨੂੰ ਰੂਪ ਕਰਕੇ ਨਹੀਂ ਮਿਲਦੇ, ਕਿਸੇ ਨੂੰ ਸਰੀਰ ਕਰਕੇ ਨਹੀਂ ਮਿਲਦੇ। ਇਹ ਗੁਣ ਕਿਸੇ ਨੂੰ ਰੂਪ ਕਰਕੇ ਨਹੀਂ ਮਿਲਦੇ, ਸਰੀਰ ਕਰਕੇ ਨਹੀਂ ਮਿਲਦੇ, ਕਾਇਆ ਕਰਕੇ ਨਹੀਂ ਮਿਲਦੇ। ਨਾ ਇਹਨਾਂ ਦਾ ਆਪਣਾ ਕੋਈ ਸਰੀਰ ਹੈ, ਨਾ ਇਹਨਾਂ ਦੀ ਆਪਣੀ ਕੋਈ ਕਾਇਆ ਹੈ, ਨਾ ਇਹਨਾਂ ਦੀ ਕੋਈ ਆਪਣੀ ਸ਼ਕਲ ਹੈ। ਨਾ ਹੀ ਕਿਸੇ ਨੂੰ ਕਿਸੇ ਦੀ ਸ਼ਕਲ ਵੇਖ ਕੇ ਮਿਲਦੇ ਹਨ, ਰੂਪ ਦੇਖ ਕੇ ਮਿਲਦੇ ਹਨ, ਕਾਇਆ ਦੇਖ ਕੇ ਮਿਲਦੇ ਹਨ। ਇਹ ਸਭ ਤਾਂ ਉਸ ਰੱਬ ਦੀ ਬਖਸ਼ਿਸ਼ ਨਾਲ ਮਿਲਦੇ ਹਨ, ਉਸ ਦੀ ਮਿਹਰਮਤ ਨਾਲ ਮਿਲਦੇ ਹਨ, ਉਸ ਦੀ ਨਜ਼ਰ ਨਾਲ ਮਿਲਦੇ ਹਨ, ਉਸ ਦੀ ਕਿਰਪਾ ਨਾਲ ਮਿਲਦੇ ਹਨ। ਔਰ ਰੱਬ ਦੀ ਕਿਰਪਾ, ਮਿਹਰਮਤ, ਬਖਸ਼ਿਸ਼ ਕਿੱਥੇ ਵਰਤਦੀ ਹੈ? ਜਿੱਥੇ ਉਸ ਦਾ ਸ਼ਬਦ ਹੁੰਦਾ, ਜਿੱਥੇ ਉਸ ਦਾ ਕਲਾਮ ਹੁੰਦਾ, ਜਿੱਥੇ ਉਸ ਦਾ ਬਚਨ ਹੁੰਦਾ ਹੈ। ਸ਼ਬਦ, ਬਚਨ, ਕਲਾਮ, ਇਹ ਤਾਂ ਸਭ ਭਗਤਾਂ ਕੋਲ ਹੈ, ਇਹ ਤਾਂ ਸਭ ਭਗਤਾਂ ਕੋਲ ਹੈ। ਜਿੰਨੇ ਵੀ ਇਸ ਕਾਇਨਾਤ 'ਤੇ ਭਗਤ ਹੋਏ ਹਨ, ਕਿਸੇ ਵੀ ਧਰਮ ਵਿੱਚ ਹੋਏ ਹਨ, ਕਿਸੇ ਵੀ ਮਜ਼ਹਬ ਵਿੱਚ ਹੋਏ ਹਨ, ਉਹਨਾਂ ਸਾਰਿਆਂ ਕੋਲ ਹੀ ਹੈ। ਇਨ ਗੁਣਾਂ ਕਰਕੇ ਅਸੀਂ ਭਗਤਾਂ ਨੂੰ ਕਹਿ ਦਿੰਦੇ ਵੀ ਭਗਤ ਉਹਦਾ ਰੂਪ ਹਨ। ਜਿਵੇਂ ਅਸੀਂ ਮੰਦਰ, ਮਸਜਿਦ, ਚਰਚ, ਗੁਰਦੁਆਰਾ ਨੂੰ ਕਹਿੰਦੇ ਹਾਂ ਰੱਬ ਦਾ ਘਰ ਹੈ, ਅਸੀਂ ਕਹਿੰਦੇ ਹਾਂ ਨਾ ਖੁਦਾ ਦਾ ਘਰ ਹੈ। ਉਹ ਸਰਗੁਣ ਰੂਪ ਵਿੱਚ ਖੁਦਾ ਦਾ ਘਰ ਹੈ, ਉਹ ਸਰਗੁਣ ਰੂਪ ਵਿੱਚ ਖੁਦਾ ਦਾ ਘਰ ਹੈ, ਕਿਉਂਕਿ ਉੱਥੇ ਉਹਦੀ ਇਬਾਦਤ ਹੋ ਰਹੀ ਹੈ, ਉੱਥੇ ਉਹਦੇ ਗੁਣ ਗਾਏ ਜਾ ਰਹੇ ਹਨ। ਸਰਗੁਣ ਰੂਪ ਵਿੱਚ ਭਗਤ ਉਸ ਦਾ ਰੂਪ ਹਨ, ਉਸ ਦਾ ਘਰ ਹਨ। ਔਰ ਨਿਰਗੁਣ ਰੂਪ ਦੇ ਵਿੱਚ ਉਹ ਸਭ ਜਗ੍ਹਾ ਵਿਦਿਆਮਾਨ ਹੈ। ਨਿਰਗੁਣ ਰੂਪ ਦੇ ਵਿੱਚ ਉਹ ਸਭ ਜਗ੍ਹਾ ਵਿਦਿਆਮਾਨ ਹੈ, ਸਾਨੂੰ ਸਭ ਜਗ੍ਹਾ ਦੇਖ ਰਿਹਾ। ਨਿਰਗੁਣ ਰੂਪ ਵਿੱਚ ਵੀ, ਨਿਰਗੁਣ ਰੂਪ ਦੇ ਵਿੱਚ ਸਾਡੀ ਪੁਕਾਰ ਸੁਣ ਰਿਹਾ। ਉਹ ਦਾਨਾ ਬੀਨਾ ਸਾਈ ਮੈਂਡਾ, ਉਹ ਦੇਖਣੇ ਵਾਲਾ ਵੀ ਹੈ, ਉਹ ਸੁਣਨੇ ਵਾਲਾ ਵੀ ਹੈ। ਉਹ ਨਿਰਗੁਣ ਰੂਪ ਵਿੱਚ ਸਾਡੀ ਪੁਕਾਰ ਸੁਣਦਾ ਹੈ, ਸਾਡੇ ਦੁੱਖਾਂ ਦੀ ਨਿਵਰਤੀ ਕਰਦਾ ਹੈ। ਦੇਖ ਨਹੀਂ ਰਿਹਾ, ਫਿਰ ਵੀ ਸਾਡੀ ਪੁਕਾਰ ਸੁਣ ਰਿਹਾ, ਸਾਡੇ ਦੁੱਖਾਂ ਦੀ ਨਿਵਰਤੀ ਕਰ ਰਿਹਾ ਹੈ। ਉਹ ਉਸ ਦਾ ਨਿਰਗੁਣ ਰੂਪ ਹੈ। ਔਰ ਸਦਗੁਣ ਰੂਪ ਦੇ ਵਿੱਚ ਉਹ ਗੁਣਾਂ ਕਰਕੇ ਜਿੱਥੇ ਵੀ ਵਿਦਿਆਮਾਨ ਹੈ, ਤਾਂ ਉਸ ਦਾ ਉਹ ਰੂਪ ਕਹਿਲਾਏਗਾ। ਚਾਹੇ ਭਗਤ ਹੈ, ਅਵਤਾਰ ਹੈ, ਨਬੀ ਹੈ, ਪੀਰ ਹੈ, ਪੈਗੰਬਰ ਹੈ, ਮਹਾਤਮਾ ਹੈ, ਸੰਤ ਹੈ, ਉਸ ਦਾ ਦਾਸ ਹੈ। ਔਰ ਨਾ ਹੀ ਉਸ ਨੂੰ ਕੋਈ ਰੂਪ ਕਰਕੇ ਪਾ ਸਕਦਾ ਹੈ। ਕੋਈ ਆਖੇ ਮੈਂ ਸੋਹਣਾ ਵਾਂ, ਮੈਂ ਰੱਬ ਨੂੰ ਪਾ ਸਕਦਾ। ਕੋਈ ਆਂਦਾ ਮੈਂ ਬਲਵਾਨ ਹਾਂ, ਕੋਈ ਆਂਦਾ ਮੈਂ ਉੱਚਾ ਲੰਬਾ ਵਾਂ, ਕੋਈ ਆਂਦਾ ਮੇਰੀ ਜਟਾਵਾਂ ਹਨ, ਕੋਈ ਆਂਦਾ ਮੇਰੀ ਹੱਥਾਂ ਪੈਰਾਂ ਦੀ ਉਂਗਲੀਆਂ 6 ਹਨ, ਤਾਂ ਕਰਕੇ ਮੈਂ ਰੱਬ ਨੂੰ ਪਾ ਸਕਦਾ ਵਾਂ। ਕੋਈ ਆਂਦਾ ਮੈਂ ਰਾਜਾ ਵਾਂ, ਮੈਂ ਤਾਂ ਰੱਬ ਨੂੰ ਪਾ ਸਕਦਾ। ਉਹ ਰੂਪ ਕਰਕੇ ਨਹੀਂ ਮਿਲਦਾ, ਨਾ ਉਸ ਨੂੰ ਕੋਈ ਰੂਪ ਕਰਕੇ ਪਾ ਸਕਦਾ। ਇਸ ਕਰਕੇ ਉਹ ਅਰੂਪ ਹੈ। ਜੇ ਉਸ ਨੂੰ ਪਾਉਣਾ ਹੈ ਤਾਂ ਤੁਹਾਨੂੰ ਵੀ ਅਰੂਪ ਬਣਨਾ ਪਏਗਾ। ਜੇ ਤੁਸੀਂ ਉਸ ਨੂੰ ਪਾਉਣਾ ਹੈ ਤਾਂ ਤੁਹਾਨੂੰ ਵੀ ਅਰੂਪ ਬਣਨਾ ਪਏਗਾ। ਰੂਪ ਕਰਕੇ ਨਹੀਂ ਮਿਲੇਗਾ, ਉਹ ਅਰੂਪ ਕਰਕੇ ਮਿਲੇਗਾ। ਕਿਉਂਕਿ ਪਾਣੀ ਵਿੱਚ ਮਿਲਣ ਵਾਸਤੇ ਪਾਣੀ ਬਣਨਾ ਪਏਗਾ, ਪਾਣੀ ਵਿੱਚ ਮਿਲਣ ਵਾਸਤੇ ਬੂੰਦ ਬਣਨਾ ਪਏਗਾ।
ਹਰ ਜਨ ਐਸਾ ਚਾਹੀਏ ਜੈਸਾ ਹਰਿ ਹੀ ਹੋਏ। ਸਰਗੁਣ ਰੂਪ ਦੇ ਵਿੱਚ ਉਹ ਸਰੀਰਾਂ ਵਿੱਚੋਂ ਵੀ ਤੁਹਾਨੂੰ ਵੇਖ ਰਿਹਾ ਹੈ, ਔਰ ਨਿਰਗੁਣ ਰੂਪ ਵਿੱਚ ਬਿਨਾਂ ਸਰੀਰ ਤੋਂ ਵੀ ਤੁਹਾਨੂੰ ਦੇਖ ਰਿਹਾ ਹੈ, ਸ਼ਕਤੀ ਕਰਕੇ ਦੇਖ ਰਿਹਾ ਹੈ। ਸਰਗੁਣ ਨਿਰਗੁਣ ਨਿਰੰਕਾਰ, ਉਹ ਅਨੂਪ ਹੈ। ਉਸ ਦੀ ਉਪਮਾ ਦਾ ਕੋਈ ਬਖਾਨ ਨਹੀਂ ਕਰ ਸਕਦਾ। ਉਹ ਉਪਮਾ ਤੋਂ ਪਰੇ ਹੈ। ਕੋਈ ਉਹਦੀ ਗਿਣਤੀ ਮਿਣਤੀ ਨਹੀਂ ਕਰ ਸਕਦਾ ਉਪਮਾ ਕਰਕੇ ਵੀ ਬਸ ਉਹਦੀ ਆਹ ਹੀ ਉਪਮਾ ਹੈ, ਜੋ ਮੈਂ ਲਿਖ ਦਿੱਤੀ, ਜੋ ਮੈਂ ਬੋਲ ਦਿੱਤੀ ਆਹ ਹੀ ਉਪਮਾ ਹੈ, ਤਾਂ ਉਹ ਗਲਤ ਹੈ। ਜੋ ਕਹਿ ਦਿੰਦੇ ਹਨ ਵੀ ਉਹਦਾ ਤਾਂ ਸਿਰਫ ਆਹੀ ਆਖਰੀ ਸੰਦੇਸ਼ ਹੈ, ਯਾਨੀ ਜੋ ਲਿਖਿਆ ਗਿਆ ਹੈ ਉਹੀ ਸਿਰਫ ਉਸ ਦੀ ਉਪਮਾ ਹੈ, ਤਾਂ ਉਹ ਲੋਕੀ ਗਲਤ ਹਨ। ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੇ ਪਿੱਛੇ ਪਛਤਾਏ। ਕਾਗਦ ਕਲਮ ਨਾ ਲਿਖਨ ਹਾਰ, ਮੰਨੇ ਕਹਿਬਹਿ ਕਰਨ ਵਿਚਾਰ। ਐਸਾ ਨਾਮ ਨਿਰੰਜਨ ਹੋਏ। ਉਸ ਦੀ ਉਪਮਾ ਨੂੰ ਕੋਈ ਕਹਿ ਨਹੀਂ ਸਕਦਾ, ਔਰ ਜਿਹੜਾ ਕਹੇਗਾ ਬਾਅਦ 'ਚੋਂ ਪਛਤਾਏਗਾ ਵੀ ਮੈਂ ਤਾਂ ਆਹ ਬੋਲੇ ਨਹੀਂ ਰੱਬ ਵਾਸਤੇ। ਫਿਰ ਜਦੋਂ ਉਪਮਾ ਕਰੇਗਾ ਫਿਰ ਕਹੇਗਾ ਫਿਰ ਆਹ ਨਹੀਂ ਬੋਲਿਆ। ਬੰਦਾ ਆਹੀ ਕਹੇਗਾ ਵੀ ਮੈਂ ਉਹਦੀ ਉਪਮਾ ਨੂੰ ਕਹਿ ਨਹੀਂ ਸਕਦਾ। ਮੰਨੇ ਕੀ ਗਤ ਕਹੀ ਨਾ ਜਾਏ, ਔਰ ਕਿਹੜਾ ਮਨੁੱਖ ਕਹੇਗਾ ਜਿਹਦੇ ਉੱਤੇ ਰੱਬ ਦੀ ਕਿਰਪਾ ਹੋਏਗੀ। ਜਿਹਦੇ 'ਤੇ ਕਿਰਪਾ ਨਹੀਂ ਹੈ ਉਹ ਤਾਂ ਇਹੀ ਕਹੇਗਾ ਵੀ ਇਹ ਤਾਂ ਸਿਰਫ ਉਹਦਾ ਆਖਰੀ ਸੰਦੇਸ਼ ਹੈ, ਆਹੀ ਉਸਦਾ ਆਖਰੀ ਪੈਗਾਮ ਹੈ। ਜਿਸ ਦਾ ਅੰਤ ਨਹੀਂ, ਜਿਸ ਦੀ ਉਪਮਾ ਦਾ ਅੰਤ ਨਹੀਂ, ਤਾਂ ਉਸਦਾ ਆਖਰੀ ਪੈਗਾਮ ਕਿਵੇਂ ਹੋ ਜਾਏਗਾ, ਉਸਦਾ ਆਖਰੀ ਸੰਦੇਸ਼ ਕਿਵੇਂ ਹੋ ਜਾਏਗਾ। ਕਿਸੇ ਮਖਲੂਕ ਦਾ ਆਖਰੀ ਸੰਦੇਸ਼ ਹੋ ਸਕਦਾ, ਆਖਰੀ ਪੈਗਾਮ ਹੋ ਸਕਦਾ ਕਿਸੇ ਰਾਜੇ ਦਾ, ਮਗਰ ਉਸ ਰੱਬ ਦਾ ਨਹੀਂ, ਕਿਉਂਕਿ ਉਹ ਸदैव ਹੈ। ਜੋ ਸदैव ਹੈ ਉਹ ਅੰਤ ਤੋਂ ਪਰੇ ਹੈ। ਉਹਦੀ ਉਪਮਾ ਦਾ ਕੋਈ ਅੰਤ ਨਹੀਂ। ਕਾਗਜ਼ ਕਲਮ 'ਤੇ ਵੀ ਤੁਸੀਂ ਉਹੀ ਲਿਖ ਸਕਦੇ ਹੋ ਵੀ ਰੱਬ ਨਿਰਲੇਪ ਹੈ, ਮਾਇਆ ਤੋਂ ਪਰੇ ਹੈ, ਉਹ ਸਮਰੱਥ ਹੈ, ਸਭ ਕੁਝ ਕਰ ਸਕਦਾ ਹੈ, ਉਹ ਬੇਅੰਤ ਹੈ। ਮਗਰ ਆ ਨਹੀਂ ਕਹਿ ਸਕਦੇ ਵੀ ਰੱਬ ਸਿਰਫ ਆਈ ਹੈ। ਜਿੰਨੀ ਕੁ ਉਪਮਾ ਕਰ ਦਿੱਤੀ ਬਸ ਆਈ ਹੈ, ਤਾਂ ਅਸੀਂ ਗਲਤ ਹੋਵਾਂਗੇ। ਸਾਰੀ ਦੁਨੀਆ ਇਕੱਠੀ ਹੋ ਜਾਏ, ਪੂਰੀ ਧਰਤੀ ਆਕਾਸ਼ ਪਾਤਾਲ 'ਤੇ ਵੀ ਲਿਖਣਾ ਸ਼ੁਰੂ ਕਰ ਦੇ, ਸਮੁੰਦਰ 'ਤੇ ਵੀ ਲਿਖਣਾ ਸ਼ੁਰੂ ਕਰ ਦੇ, ਤਾਂ ਵੀ ਉਸ ਦੀ ਉਪਮਾ ਨੂੰ ਅਸੀਂ ਇੱਕ ਤਿਲ ਜਿੰਨਾ ਵੀ ਨਹੀਂ ਲਿਖ ਸਕਦੇ। ਜਦਕਿ ਇੱਕ ਤਿਲ ਵੀ ਬਹੁਤ ਵੱਡਾ, ਅਸੀਂ ਇੱਕ ਤਿਲ ਜਿੰਨਾ ਵੀ ਨਹੀਂ ਲਿਖ ਸਕਦੇ। ਸਾਰੀ ਦੁਨੀਆ ਦੇ ਧਾਰਮਿਕ ਗ੍ਰੰਥ ਹਨ, ਸਭ ਕਹਿ ਰਹੇ ਹਨ ਵੀ ਉਹ ਬੇਅੰਤ ਹੈ, ਉਸ ਦਾ ਕੋਈ ਅੰਤ ਨਹੀਂ, ਉਹ ਮਾਇਆ ਤੋਂ ਨਿਰਲੇਪ ਹੈ, ਸਮਰੱਥ ਹੈ, ਉੱਚੇ ਤੋਂ ਵੀ ਉੱਚਾ ਹੈ। ਉਹਨਾਂ ਨੇ ਵੀ ਉਸ ਨੂੰ ਬੇਅੰਤ ਕਿਹਾ, ਉਸ ਦਾ ਅੰਤ ਨਹੀਂ ਪਾਇਆ। ਅੰਤ ਉਸ ਦਾ ਹੁੰਦਾ ਜਿਹਦੇ 'ਚ ਗਿਣਤੀ ਮਿਣਤੀ ਦੀ ਜਿਹਦੀ ਉਪਮਾ ਹੋਏ, ਜਿਹਦੀ ਉਪਮਾ ਨੂੰ ਗਿਣਿਆ ਮਿਣਿਆ ਜਾ ਸਕਦੇ, ਮਗਰ ਉਸ ਦੀ ਉਪਮਾ ਨੂੰ ਤਾਂ ਕੋਈ ਗਿਣ ਮਿਣ ਨਹੀਂ ਸਕਦਾ, ਉਹ ਤਾਂ ਬੇਅੰਤ ਹੈ। ਇਸੇ ਕਰਕੇ ਸਾਰੇ ਧਾਰਮਿਕ ਗ੍ਰੰਥ ਨੂੰ ਆਪਾਂ ਧਾਰਮਿਕ ਗ੍ਰੰਥ ਉਹਨਾਂ ਨੂੰ ਨਮਸਕਾਰ ਇਸ ਕਰਕੇ ਕਰਨੇ ਆ ਕਿਉਂਕਿ ਉਹਨਾਂ ਨੇ ਉਹਨੂੰ ਬੇਅੰਤ ਕਿਹਾ ਗਿਆ, ਉਹਨਾਂ ਨੂੰ ਬੇਅੰਤ ਕਿਹਾ ਹੈ। ਔਰ ਧਾਰਮਿਕ ਗ੍ਰੰਥ ਵੀ ਉਹੀ ਹੈ ਜਿਹਨੇ ਉਸ ਨੂੰ ਬੇਅੰਤ ਕਿਹਾ। ਉਹ ਧਾਰਮਿਕ ਗ੍ਰੰਥ ਨਹੀਂ ਹੈ ਜਿਸ ਨੇ ਉਹਨੂੰ ਕਹਿਤਾ ਵੀ ਉਹ ਆਖਰੀ ਪੈਗਾਮ ਹੈ ਜਾਂ ਆਖਰੀ ਸੰਦੇਸ਼ ਹੈ, ਉਹ ਧਾਰਮਿਕ ਗ੍ਰੰਥ ਨਹੀਂ ਗਿਣਿਆ ਜਾਏਗਾ, ਕਿਉਂਕਿ ਉਸਨੇ ਤਾਂ ਉਪਮਾ ਕਰਕੇ ਕਹਿਤਾ ਵੀ ਉਹਦਾ ਆਖਰੀ ਸੰਦੇਸ਼ ਹੈ, ਆਖਰੀ ਪੈਗਾਮ ਹੈ। ਜੇ ਤੁਸੀਂ ਉਸ ਨੂੰ ਪਾਉਣਾ ਹੈ ਤਾਂ ਤੁਹਾਨੂੰ ਵੀ ਅਨੂਪ ਹੋਣਾ ਪਏਗਾ, ਔਰ ਉਹ ਮਿਲਦਾ ਵੀ ਉਪਮਾ ਕਰਕੇ ਹੈ। ਤਾਂ ਉਸ ਦੀ ਉਪਮਾ ਕੀ ਹੈ? ਉਸ ਦੀ ਉਪਮਾ ਕੀ ਹੈ? ਉਹ ਬੇਅੰਤ ਹੈ, ਉੱਚੇ ਤੋਂ ਉੱਚਾ, ਉਸ ਦਾ ਅੰਤ ਨਹੀਂ, ਉਹ ਅਪਾਰ ਹੈ, ਅਗਮ ਹੈ, ਉਹ ਗੁਣੀ ਨਿਧਾਨ ਹੈ, ਉਹ ਬੇਅੰਤ ਹੈ। ਇਹ ਉਸ ਦੀ ਉਪਮਾ ਹੈ, ਔਰ ਉਹ ਇਸ ਉਪਮਾ ਕਰਕੇ ਮਿਲ ਸਕਦਾ ਹੈ। ਜੇ ਤੁਸੀਂ ਆਖੋ ਵੀ ਜਿੰਨਾ ਮੈਂ ਬੋਲ ਲਿਆ, ਜਿੰਨਾ ਮੈਂ ਲਿਖ ਲਿਆ ਇਹੀ ਉਹਦੀ ਉਪਮਾ ਹੈ, ਤਾਂ ਫਿਰ ਤੁਹਾਨੂੰ ਕਦੀ ਨਹੀਂ ਮਿਲੇਗਾ। ਜੇ ਕੋ ਆਖੇ ਬੋਲ ਵਿਗਾੜ, ਤਾਂ ਲਿਖੀਏ ਸਿਰ ਗਵਾਰਾ ਗਵਾਰ। ਉਹ ਮੂਰਖਾਂ ਦਾ ਵੀ ਮੂਰਖ ਹੈ ਜਿਹੜਾ ਕਹੇਗਾ ਮੈਂ ਉਹਨੂੰ ਲਿਖਤਾ, ਉਹਦੀ ਉਪਮਾ ਨੂੰ ਗਾ ਲਿਆ। ਇਹੀ ਉਸ ਦੀ ਉਪਮਾ ਹੈ। ਬਸ ਗਾ ਦੋਨੋਂ ਰਹੇ ਨੇ। ਉਹ ਗਾ ਕੇ ਕਹਿ ਰਿਹਾ ਉਸ ਦਾ ਅੰਤ ਨਹੀਂ ਹੈ, ਉਹ ਗਾ ਕੇ ਕਹਿ ਰਿਹਾ ਬਸ ਰੱਬ ਤੇਰੇ ਅੰਦਰ ਇੰਨੇ ਗੁਣ ਹਨ, ਤੇਰੇ 99 ਨਾਮ ਹੀ ਹਨ, ਤੇਰਾ ਇੱਕ ਹੀ ਧਰਮ ਹੈ, ਤੇਰਾ ਆਖਰੀ ਸੰਦੇਸ਼ ਹੈ, ਇਹੀ ਤੇਰਾ ਪੈਗਾਮ ਹੈ। ਗਾ ਦੋਨੋਂ ਰਹੇ ਨੇ। ਇੱਕ ਉਸ ਨੂੰ ਬੇਅੰਤ ਕਹਿ ਕੇ ਗਾ ਰਿਹਾ ਹੈ, ਇੱਕ ਉਸ ਨੂੰ ਗਿਣਤੀ ਕਰਕੇ ਗਾ ਰਿਹਾ ਹੈ, ਪਰ ਉਹ ਗਿਣਤੀ ਮਿਣਤੀਆਂ ਤੋਂ ਪਰੇ ਹੈ। ਇਸ ਕਰਕੇ ਉਪਮਾ ਤੋਂ ਰਹਿਤ ਹੈ। ਕਰ ਦੋਨੋਂ ਉਪਮਾ ਰਹੇ ਹਨ, ਮਗਰ ਇੱਕ ਬੇਅੰਤ ਕਰਕੇ ਉਪਮਾ ਕਰ ਰਿਹਾ ਹੈ, ਇੱਕ ਖਾਲੀ ਗਿਣਤੀ ਕਰਕੇ ਉਪਮਾ ਕਰ ਰਿਹਾ ਹੈ। ਇੱਕ ਨੇ ਅੰਤ ਪਾ ਲਿਆ, ਇੱਕ ਨੇ ਅੰਤ ਨਹੀਂ ਪਾਇਆ। ਜਿਹਨੇ ਅੰਤ ਪਾ ਲਿਆ ਹੈ ਉਹਦੇ ਲਈ ਰੱਬ ਉਪਮਾ ਤੋਂ ਰਹਿਤ ਹੈ, ਜਿਹਨੇ ਅੰਤ ਨਹੀਂ ਪਾਇਆ ਉਹਦੇ ਲਈ ਰੱਬ ਉਪਮਾ ਹੈ, ਉਸਨੇ ਉਪਮਾ ਕਰਕੇ ਪਾ ਲਿਆ ਹੈ। ਉਹ ਅਚਲ ਹੈ, ਉਹ ਅਟਲ ਹੈ, ਉਹ ਅਪਰਿਵਰਤਨਸ਼ੀਲ ਹੈ, ਉਹ ਆਉਂਦਾ ਜਾਂਦਾ ਨਹੀਂ ਹੈ, ਉਹ ਸਥਿਰ ਹੈ, ਕਿਉਂਕਿ ਉਹ ਸदैव ਹੈ। ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ।
ਸਤਿਗੁਰੂ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਬਿਨਾਸੀ ਪੁਰਖ ਹੈ ਜੋ ਸਭ ਮੇਰੇ ਹੱਥ ਸਮਾਏ। ਹੁਣ ਕਈ ਲੋਕ ਆਉਂਦੇ ਨੇ ਵੀ ਜਦੋਂ ਸਾਡੀ ਵਾਰੀ ਆਈ ਹੈ ਰੱਬ ਤਾਂ ਭੱਜ ਗਿਆ, ਜਦੋਂ ਸਾਨੂੰ ਦੇਣ ਦੀ ਵਾਰੀ ਆਈ ਹੈ ਰੱਬ ਪਿੱਛੇ ਹਟ ਗਿਆ, ਜਦੋਂ ਸਾਡੇ ਦੁੱਖ ਹਰਨ ਦੀ ਵਾਰੀ ਆਈ ਹੈ ਤਾਂ ਰੱਬ ਮਿਹਰ ਨਹੀਂ ਕਰ ਰਿਹਾ, ਪਤਾ ਨਹੀਂ ਕਿੱਥੇ ਚਲਾ ਗਿਆ ਹੈ। ਕਿਉਂਕਿ ਉਹ ਅਗਿਆਨਤਾ ਦੇ ਵੱਸ ਜ਼ਿੰਦਗੀ ਜੀ ਰਹੇ ਹਨ, ਉਹ ਅੰਧੇਰੇ ਵਿੱਚ ਜ਼ਿੰਦਗੀ ਜੀ ਰਹੇ ਹਨ। ਉਹ ਤਾਂ ਸदैव ਹੈ, ਉਹ ਤਾਂ ਅਟਲ ਹੈ, ਉਹ ਤਾਂ ਅਜੂ ਹੈ, ਉਹ ਤਾਂ ਗਤੀਹੀਨ ਹੈ। ਕੁਜਾ ਆਮਦ ਕੁਜਾ ਰਫਤੇ ਕੁਜਾ ਮੈਂ ਰਵੀ। ਨਾ ਉਹ ਕਿੱਥੋਂ ਆਇਆ ਹੈ, ਨਾ ਕਿੱਥੇ ਉਹ ਰਹਿ ਰਿਹਾ ਹੈ, ਨਾ ਉਹ ਕਿੱਥੇ ਜਾਏਗਾ, ਕਿਉਂਕਿ ਉਹ ਸदैव ਹੈ, ਉਹ ਅਟਲ ਹੈ। ਕਦੇ ਗਿਆਨ ਵੀ ਕਿਤੇ ਭੱਜਦਾ ਹੈ, ਕਦੀ ਨਿਮਰਤਾ ਭੱਜਦੀ ਹੈ, ਕਦੀ ਸੱਚਾਈ ਭੱਜਦੀ ਹੈ, ਕਦੀ ਸ਼ਬਦ ਭੱਜਦਾ, ਕਦੀ ਕਲਾਮ ਭੱਜਦਾ, ਕਦੀ ਹੁਕਮ ਭੱਜਦਾ, ਕਦੀ ਦਇਆ ਭੱਜਦੀ ਹੈ, ਕਦੀ ਖੇਮਾ ਭੱਜਦੀ ਹੈ, ਕਦੀ ਸੇਵਾ ਭੱਜਦੀ ਹੈ, ਕਦੀ ਕਿਰਪਾ ਭੱਜਦੀ ਹੈ, ਕਦੇ ਸਬਰ ਸੰਤੋਖ ਭੱਜਦਾ, ਕਿਉਂਕਿ ਉਹ ਸदैव ਹੈ। ਕਮੀ ਸਾਡੇ ਵਿੱਚ ਹੈ, ਸਾਡੇ ਅੰਦਰ ਸ਼ਰਧਾ ਭਾਵਨਾ ਨਹੀਂ ਹੈ। ਉਹ ਤਾਂ ਪਰਿਪੂਰਨ ਹੈ। ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ। ਜੇ ਸਭ ਮਿਲ ਕੇ ਆਖਣ ਪਾਏ, ਵੱਡਾ ਨਾ ਹੋਵੇ ਘਾਟ ਨਾ ਜਾਏ। ਉਹ ਤਾਂ ਸदैव ਹੈ, ਉਹ ਤਾਂ ਅਟਲ ਹੈ। ਜਿਵੇਂ ਲੱਕੜ ਦੇ ਵਿੱਚ ਅੱਗ ਵਿਦਿਆਮਾਨ ਹੈ, ਮਗਰ ਕਦੋਂ ਅੱਗ ਲੱਗਦੀ? ਜਦੋਂ ਉਸਨੂੰ ਸੇਕ ਦਿੱਤਾ ਜਾਏ, ਜਦੋਂ ਉਸਨੂੰ ਜਲਾਇਆ ਜਾਏ। ਉਸੇ ਕਰਕੇ ਇਹ ਸਾਰੇ ਗੁਣ ਤੁਹਾਡੇ ਅੰਦਰ ਵਿਦਿਆਮਾਨ ਹਨ, ਮਗਰ ਕਦੋਂ ਨਿਕਲਦੇ ਹਨ? ਜਦੋਂ ਰੱਬੀ ਸ਼ਬਦ ਦਾ ਇਸ ਨੂੰ ਸੇਕ ਲੱਗਦਾ ਹੈ। ਇਸ ਨੂੰ ਸੇਕ ਲੱਗਦਾ ਤਾਂ ਫਿਰ ਇਹਦੇ ਅੰਦਰੋਂ ਇਹ ਗੁਣ ਨਿਕਲਣੇ ਸ਼ੁਰੂ ਹੋ ਜਾਂਦੇ ਹਨ। ਜਿਵੇਂ ਲੱਕੜ ਨੂੰ ਸੇਕ ਲੱਗਦਾ ਤਾਂ ਲੱਕੜ ਕਿਵੇਂ ਅੱਗ ਬਬੂਲਾ ਹੁੰਦੀ ਜਾਂਦੀ ਹੈ, ਉਹ ਵੱਧਦੀ ਜਾਂਦੀ। ਉਵੇਂ ਹੀ ਜਦੋਂ ਸ਼ਬਦ ਦਾ ਸੇਕ ਲੱਗਦਾ ਤਾਂ ਅੰਦਰੋਂ ਹੀ ਪ੍ਰਕਾਸ਼ ਨਿਕਲਣਾ ਸ਼ੁਰੂ ਹੋ ਜਾਂਦਾ ਹੈ, ਅੰਦਰੋਂ ਗਿਆਨ ਨਿਕਲਣਾ ਸ਼ੁਰੂ ਹੋ ਜਾਂਦਾ, ਰੱਬੀ ਪਰਉਪਕਾਰ ਨਿਕਲਣਾ ਸ਼ੁਰੂ ਹੋ ਜਾਂਦਾ, ਰੱਬੀ ਗੁਣ ਨਿਕਲਣੇ ਸ਼ੁਰੂ ਹੋ ਜਾਂਦੇ ਹਨ। ਫਿਰ ਮਾੜੇ ਲੋਕ ਤੁਹਾਡੇ ਕੋਲ ਬਹਿਣਗੇ ਨਹੀਂ, ਤੁਹਾਡੇ ਤੋਂ ਦੂਰ ਭੱਜਣਗੇ, ਕਿਉਂਕਿ ਤੁਹਾਡੇ ਅੰਦਰੋਂ ਸੇਕ ਨਿਕਲ ਰਿਹਾ ਹੈ, ਪ੍ਰਕਾਸ਼ ਨਿਕਲ ਰਿਹਾ ਹੈ। ਉਹਦਾ ਪ੍ਰਕਾਸ਼ ਆਸਿਕ ਬ੍ਰਹਮ ਗਿਆਨੀ ਸੰਤਾਂ ਮਹਾਂਪੁਰਸ਼ਾਂ ਕੋਲ ਹੁੰਦਾ, ਭਗਤਾਂ ਕੋਲ ਹੁੰਦਾ ਹੈ। ਬ੍ਰਹਮ ਗਿਆਨੀ ਕਾ ਇਹ ਗੁਨਾਓ, ਨਾਨਕ ਜੋ ਪਾਵਕਾ ਸਹਿਜ ਸੁਭਾਓ। ਰੱਬ ਅਟਲ ਹੈ, ਰੱਬ ਨਹੀਂ ਕਿੱਥੇ ਆਉਂਦਾ ਜਾਂਦਾ। ਅਸੀਂ ਹੰਕਾਰ ਕਰਕੇ ਖੁਦ ਦੂਰ ਭੱਜਦੇ ਹਾਂ। ਹੰਕਾਰ ਸਾਨੂੰ ਦੂਰ ਲੈ ਕੇ ਜਾਂਦਾ ਹੈ। ਹੰਕਾਰ ਨੇ ਪਰਦਾ ਪਾਇਆ ਹੋਇਆ ਸਾਡੇ 'ਤੇ। ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ। ਏਕਮ ਏਕਾਕਾਰ ਨਿਰਾਲਾ, ਅਮਰ ਅਜੂਨੀ ਜਾਤ ਨਾ ਜਾਲਾ। ਉਹ ਰੱਬ ਹੋਣ ਤੋਂ ਰਹਿਤ ਹੈ। ਉਸ ਨੂੰ ਕੋਈ ਜਨਮ ਨਹੀਂ ਦੇ ਸਕਦਾ, ਉਸ ਨੂੰ ਕੋਈ ਪੈਦਾ ਨਹੀਂ ਕਰ ਸਕਦਾ, ਉਸ ਨੂੰ ਕੋਈ ਬਣਾ ਨਹੀਂ ਸਕਦਾ, ਉਸ ਨੂੰ ਕੋਈ ਗੜ ਨਹੀਂ ਸਕਦਾ। ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਆਪੀ ਤੇ ਆਪ ਸਾਜਿਓਨ, ਆਪੀ ਨੇ ਰਚਿਓ ਨਾਓ। ਏਕਾ ਕਵਾਓ ਏਕਾ ਪਸਾਓ, ਤਿਸਤੇ ਹੋਏ ਲੱਖ ਦਰਿਆਓ। ਕੋਈ ਗਿਆਨ ਨੂੰ ਜਨਮ ਦੇ ਸਕਦਾ ਹੈ, ਕੋਈ ਸੱਚਾਈ ਨੂੰ ਜਨਮ ਦੇ ਸਕਦਾ ਹੈ, ਕੋਈ ਨੇਕੀ ਨੂੰ ਜਨਮ ਦੇ ਸਕਦਾ ਹੈ, ਕੋਈ ਪਰਉਪਕਾਰ ਨੂੰ ਜਨਮ ਦੇ ਸਕਦਾ ਹੈ, ਕੋਈ ਹੁਕਮ ਨੂੰ ਜਨਮ ਦੇ ਸਕਦਾ ਹੈ, ਕੋਈ ਸੇਵਾ ਨੂੰ ਜਨਮ ਦੇ ਸਕਦਾ ਹੈ, ਕੋਈ ਕਿਰਪਾ ਨੂੰ ਜਨਮ ਦੇ ਸਕਦਾ ਹੈ, ਕੋਈ ਨਿਮਰਤਾ ਨੂੰ ਜਨਮ ਦੇ ਸਕਦਾ ਹੈ, ਕੋਈ ਸ਼ਰਧਾ ਭਾਵਨਾ ਨੂੰ ਜਨਮ ਦੇ ਸਕਦਾ ਹੈ, ਕੋਈ ਦਇਆ ਨੂੰ ਜਨਮ ਦੇ ਸਕਦਾ ਹੈ, ਕੋਈ ਖੇਮਾ ਨੂੰ ਜਨਮ ਦੇ ਸਕਦਾ ਹੈ, ਕੋਈ ਨੇਕੀ ਨੂੰ ਜਨਮ ਦੇ ਸਕਦਾ ਹੈ, ਕੋਈ ਇਮਾਨਦਾਰੀ ਨੂੰ ਜਨਮ ਦੇ ਸਕਦਾ ਹੈ। ਜਿੰਨੇ ਵੀ ਬੇਅੰਤ ਗੁਣ ਹਨ ਰੱਬ ਦੇ, ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣ ਨਿਧਾਨਾ। ਉਹਦੇ ਗੁਣਾਂ ਦਾ ਅੰਤ ਨਹੀਂ ਹੈ, ਔਰ ਇਨ ਗੁਣਾਂ ਨੂੰ ਕੋਈ ਜਨਮ ਨਹੀਂ ਦੇ ਸਕਦਾ, ਕਿਉਂਕਿ ਇਹ ਸਾਰਾ ਰੱਬ ਦਾ ਪ੍ਰਕਾਸ਼ ਹੈ। ਜਿਵੇਂ ਸੂਰਜ ਦਾ ਪ੍ਰਕਾਸ਼ ਉਸਦੀ ਕਿਰਨਾਂ ਹਨ, ਜਿਵੇਂ ਸਮੁੰਦਰ ਦੀਆਂ ਲਹਿਰਾਂ ਤਰੰਗਾਂ ਉਸ ਤੋਂ ਅਲੱਗ ਨਹੀਂ ਹਨ, ਉਸ ਦੇ ਵਿੱਚ ਮਿਲ ਕੇ ਉਸੇ ਦਾ ਰੂਪ ਬਣ ਜਾਂਦੀਆਂ ਹਨ। ਜਿਵੇਂ ਸੋਨੇ ਦੇ ਕੰਗਣ ਸੋਨੇ ਤੋਂ ਅਲੱਗ ਨਹੀਂ ਹਨ, ਜਿਵੇਂ ਮਿੱਟੀ ਦੇ ਭਾਂਡੇ ਮਿੱਟੀ ਤੋਂ ਅਲੱਗ ਨਹੀਂ ਹਨ, ਉਸੇ ਤਰ੍ਹਾਂ ਇਹ ਗੁਣ ਰੱਬ ਤੋਂ ਅਲੱਗ ਨਹੀਂ ਹਨ, ਔਰ ਇਨ ਗੁਣਾਂ ਨੂੰ ਕੋਈ ਜਨਮ ਨਹੀਂ ਦੇ ਸਕਦਾ। ਇਹ ਪ੍ਰਕਾਸ਼ ਹਨ। ਜਿੱਥੇ ਵੀ ਕੋਈ ਸ਼ਬਦ ਬਚਨ ਕਲਾਮ ਦੇ ਨਾਲ ਜੁੜੇਗਾ, ਉਹਦੇ ਅੰਦਰ ਇਹ ਪ੍ਰਕਾਸ਼ ਨਿਕਲਣਾ ਸ਼ੁਰੂ ਹੋ ਜਾਏਗਾ, ਇਹ ਗੁਣ ਨਿਕਲਣੇ ਸ਼ੁਰੂ ਹੋ ਜਾਣਗੇ। ਔਰ ਇਹ ਗੁਣ ਸदैव ਹਨ, ਕਿਉਂਕਿ ਰੱਬ ਸदैव ਹੈ। ਕੋਈ ਕਹਿ ਸਕਦਾ ਵੀ ਨੇਕੀ ਦੀ ਇੰਨੀ ਉਮਰ ਹੋ ਗਈ ਹੈ, ਕੋਈ ਕਹਿ ਸਕਦਾ ਸੱਚਾਈ ਦੀ ਇੰਨੀ ਉਮਰ ਹੈ, ਜੇ ਇੰਨੇ ਸਾਲ ਜੀਏਗੀ ਇੰਨੇ ਸਾਲ ਮਰੇਗੀ। ਜਿੰਨੇ ਵੀ ਗੁਣ ਹਨ ਕੋਈ ਕਹਿ ਸਕਦਾ, ਕੋਈ ਇਹਨਾਂ ਦਾ ਭਾਰ, ਕੋਈ ਖੇਤਰਫਲ, ਕੋਈ ਸੀਮਾ ਕੋਈ ਦੱਸ ਸਕਦਾ, ਕੋਈ ਇਹਨਾਂ ਨੂੰ ਗਿਣ ਮਿਣ ਸਕਦਾ, ਕੋਈ ਇਹਨਾਂ ਨੂੰ ਬਣਾ ਸਕਦਾ। ਅਜੂਨੀ ਸਹਿ ਪੰਗ, ਇਹ ਜੂਨ ਤੋਂ ਰਹਿਤ ਹਨ। ਇਹ ਜੂਨ ਕਰਕੇ ਨਹੀਂ ਮਿਲਦੇ, ਇਹ ਕਿਰਪਾ ਕਰਕੇ ਮਿਲਦੇ ਹਨ। ਇਹ ਉਸ ਦੀ ਮਿਹਰਮਤ ਕਰਕੇ ਮਿਲਦੇ ਹਨ, ਉਸ ਦੀ ਦਇਆ ਕਰਕੇ ਮਿਲਦੇ ਹਨ। ਪੂਰਾ ਸਾਰੇ ਗੁਣ ਕਿਤੇ ਹੁੰਦੇ ਹਨ ਜਿੱਥੇ ਸ਼ਬਦ ਹੁੰਦਾ ਹੈ, ਜਿੱਥੇ ਕਲਾਮ ਹੁੰਦਾ ਹੈ, ਜਿੱਥੇ ਬਚਨ ਹੁੰਦਾ ਹੈ। ਉਹ ਸदैव ਹੈ, ਉਹ ਜਨਮ ਮਰਨ ਤੋਂ ਰਹਿਤ ਹੈ। ਸਰੀਰ ਜੰਮਦਾ ਮਰਦਾ ਹੈ,
ਰੱਬੀ ਗੁਣ ਕਦੀ ਜੰਮਦੇ ਮਰਦੇ ਨਹੀਂ ਹਨ, ਉਹ ਸदैव ਹਨ। ਉਹ ਅਟੱਲ ਹੈ, ਉਹ ਅਲੇਖ ਹੈ, ਉਸ ਨੂੰ ਕੋਈ ਲਿਖ ਨਹੀਂ ਸਕਦਾ। ਕਾਗਦ ਕਲਮ ਨਾਲ ਲਿਖਣ ਹਾਰ, ਮੰਨੇ ਕਹਿਬੈ ਕਰਨ ਵਿਚਾਰ। ਜਿਹੜੇ ਕਿਤਾਬਾਂ ਵਿੱਚ ਲਿਖ ਦਿੰਦੇ ਹਨ ਬਈ ਉਹਦੇ ਗਿਆਨ ਬਾਰੇ ਉਹਦੀ ਉਪਮਾ ਕਰਕੇ, ਔਰ ਉਹ ਕਹਿਣ ਹੰਕਾਰ ਦੇ ਵਿੱਚ ਆ ਕੇ ਵੀ ਆਹੀ ਉਸ ਦਾ ਲੇਖ ਹੈ, ਸਿਰਫ ਆਹੀ ਉਸ ਦਾ ਲੇਖ ਹੈ, ਜੋ ਅਸੀਂ ਲਿਖਤਾ ਆਹੀ ਉਸ ਦਾ ਲੇਖ ਹੈ। ਐਵੇਂ ਦਾ ਕੋਈ ਲੇਖ ਲਿਖ ਨਹੀਂ ਸਕਦਾ। ਜੋ ਮੈਂ ਲਿਖਤਾ ਬਸ ਰੱਬ ਐਵੇਂ ਹੀ ਹੈ, ਉਹ ਮੇਰੇ ਲੇਖ ਤੋਂ ਵੱਧ ਨਹੀਂ ਹੈ। ਜੋ ਮੈਂ ਲਿਖਿਆ ਬਸ ਉਹੀ ਹੈ। ਤਾਂ ਉਹ ਅਗਿਆਨਤਾ ਦੇ ਵਸ ਜ਼ਿੰਦਗੀ ਜੀ ਰਹੇ ਹਨ, ਉਹ ਅੰਧੇਰੇ ਵਿੱਚ ਜ਼ਿੰਦਗੀ ਜੀ ਰਹੇ ਹਨ। ਉਸ ਨੂੰ ਤਾਂ ਕੋਈ ਲਿਖ ਹੀ ਨਹੀਂ ਸਕਦਾ, ਉਹ ਅਲੇਖ ਹੈ। ਤੁਸੀਂ ਸਾਰੀ ਕਾਇਨਾਤ 'ਤੇ ਵੀ ਲਿਖਣਾ ਸ਼ੁਰੂ ਕਰ ਦਿਓ, ਤੁਸੀਂ ਤਾਂ ਵੀ ਨਹੀਂ ਉਸ ਨੂੰ ਲਿਖ ਸਕਦੇ। ਕੋਟ ਬ੍ਰਹਮੰਡ ਕੋ ਠਾਕੁਰ ਸੁਆਮੀ, ਤੁਸੀਂ ਕਰੋੜਾਂ ਬ੍ਰਹਮੰਡਾਂ 'ਤੇ ਵੀ ਉਸ ਨੂੰ ਲਿਖਣਾ ਸ਼ੁਰੂ ਕਰ ਦਿਓ ਤਾਂ ਵੀ ਨਹੀਂ ਲਿਖ ਸਕਦੇ ਉਸ ਨੂੰ। ਉਹ ਅਲੇਖ ਹੈ, ਉਹ ਲੇਖ ਦੇ ਵਿੱਚ ਨਹੀਂ ਆਉਂਦਾ। ਜਿਹੜਾ ਲਿਖਿਆ ਗਿਆ ਉਹ ਰੱਬ ਨਹੀਂ ਹੈ, ਉਹ ਸੀਮਿਤ ਹੈ। ਉਹ ਕੋਈ ਮਖਲੂਕ ਹੈ, ਉਹ ਕੋਈ ਰਾਜਾ ਹੈ, ਉਹ ਕਿਸੇ ਮਖਲੂਕ ਦੀ ਸਿਫਤ ਹੈ, ਰੱਬ ਦੀ ਸਿਫਤ ਨਹੀਂ ਹੈ। ਉਹ ਅਲੇਖ ਹੈ। ਫਿਰ ਤੁਹਾਡੇ ਮਨਾਂ 'ਚ ਵਿਚਾਰ ਆਉਂਦਾ ਵੀ ਜਿੰਨੇ ਵੀ ਧਾਰਮਿਕ ਗ੍ਰੰਥ ਹਨ ਇਹਨਾਂ ਵਿੱਚ ਤਾਂ ਲਿਖਿਆ ਹੋਇਆ ਹੈ ਉਹ ਫਿਰ ਧਾਰਮਿਕ ਗ੍ਰੰਥ ਕਿਵੇਂ ਹਨ, ਰੱਬ ਦੇ ਗ੍ਰੰਥ ਕਿਵੇਂ ਹਨ, ਜਿਸ ਨੂੰ ਕੋਈ ਲਿਖ ਨਹੀਂ ਸਕਦਾ। ਤਾਂ ਉਹਦੇ ਵਿੱਚ ਕੀ ਲਿਖਿਆ ਹੋਇਆ? ਉਹ ਬੇਅੰਤ ਹੈ, ਉਸ ਦਾ ਅੰਤ ਨਹੀਂ ਹੈ, ਉਹ ਅਪਾਰ ਹੈ, ਅਗੰਮ ਹੈ, ਅਥਾਹ ਹੈ, ਅਨਾਮ ਹੈ, ਅਠਾਮ ਹੈ। ਊਚ ਅਪਾਰ ਬੇਅੰਤ ਸੁਆਮੀ, ਕੌਣ ਜਾਣੈ ਗੁਣ ਤੇਰੇ। ਜਿੰਨੇ ਵੀ ਧਾਰਮਿਕ ਗ੍ਰੰਥ ਹਨ ਉਹਨਾਂ ਵਿੱਚ ਬੇਅੰਤ ਰੂਪਾ ਕਰਕੇ ਇਸ ਨੂੰ ਲਿਖਿਆ ਗਿਆ ਵੀ ਉਸ ਦਾ ਕੋਈ ਅੰਤ ਨਹੀਂ ਹੈ। ਜਿਸ ਦਾ ਅੰਤ ਨਹੀਂ ਹੈ ਉਹ ਰੱਬ ਹੈ। ਇਸ ਕਰਕੇ ਉਹਨਾਂ ਨੂੰ ਧਾਰਮਿਕ ਗ੍ਰੰਥ ਕਿਹਾ ਗਿਆ ਹੈ। ਜਿੱਥੇ ਉਸ ਨੂੰ ਬੇਅੰਤ ਲਿਖ ਦਿੱਤਾ, ਜਿੱਥੇ ਊਚ ਅਪਾਰ ਲਿਖ ਦਿੱਤਾ, ਜਿੱਥੇ ਮਹਿਮਾ ਤੋਂ ਪਰੇ ਲਿਖ ਦਿੱਤਾ, ਜਿੱਥੇ ਮਹਿਮਾ ਦਾ ਅੰਤ ਨਹੀਂ ਉਹ ਲਿਖ ਦਿੱਤਾ, ਤਾਂ ਉਹ ਲੇਖ ਹੈ। ਜਿੱਥੇ ਲਿਖ ਦਿੱਤਾ ਵੀ ਆਹੀ ਆਖਰੀ ਸੰਦੇਸ਼ ਹੈ, ਆਹੀ ਆਖਰੀ ਪੈਗਾਮ ਹੈ, ਆਹੀ ਆਖਰੀ ਗ੍ਰੰਥ ਹੈ, ਉਹ ਫਿਰ ਲੇਖ ਹੈ। ਜੋ ਲੇਖ ਹੈ ਉਹ ਰੱਬ ਨਹੀਂ ਹੈ, ਜੋ ਅਲੇਖ ਹੈ ਉਹ ਰੱਬ ਹੈ, ਜੋ ਨਾ ਲਿਖਿਆ ਜਾ ਸਕੇ। इस करके वो अलेख है। जहाँ उसे अलेख लिखा गया है वही धार्मिक ग्रंथ है, वही रब का ग्रंथ है। जहाँ गिनती मिनती में आखिरी संदेश, आखिरी पैगाम लिखा गया है, रब का ग्रंथ नहीं है। अपेक है, वो पेक से रहता है, वेश से रहता है, वो वेश करके नहीं मिलता। कबीर बैसन हुआ ता क्या पया, माला मैली चार, बाहर ते कंचन भया, पीतर बरी पंगार। बाहर ज्ञान ध्यान स्नान, अंतर व्यापै लोभ सुवान। हम तो नहाकर पाक पवित्र हो गया हमें रब मिलेगा, तो वो गलत है। भाई हमने चिट्टे वस्त्र पहन लिए हमें रब मिल जाएगा, हमने भगवे कपड़े पहन लिए हमें रब मिल जाएगा, हमने साफ वस्त्र पहन लिए हमें रब मिल जाएगा, हमें दुनिया जानती है हमें रब मिल जाएगा। तो वो लोग गलत है, वो लोग की गलत ਹਨ। रूप करके कभी किसी को रब नहीं मिलता। रूपवंत होए नाही मोह है, प्रभ की जोत सकल कट सोए। उसकी जोत तो सब में है, ਉਹਦੀ ਜੋਤਾਂ ਸਾਰਿਆਂ ਵਿੱਚ ਹੈ। ਕਾਹੂ ਜੁਗਤ ਕਿਤਨਾ ਪਾਈਐ, ਧਰਮ ਨਾਨਕ ਤਿਸ ਮਿਲਿਆ, ਜਿਸ ਲਿਖਿਆ ਦੁਰਕਰਮ। ਉਹ ਤਾਂ ਕਰਮਾਂ ਕਰਕੇ ਪ੍ਰਾਪਤ ਹੁੰਦਾ ਹੈ, ਉਹ ਵੇਸ ਕਰਕੇ ਪ੍ਰਾਪਤ ਨਹੀਂ ਹੁੰਦਾ। ਉਹ ਵੇਸ ਤੋਂ ਰਹਿਤ ਹੈ। ਔਰ ਵੇਸ ਕਰਕੇ ਕਿਵੇਂ ਪ੍ਰਾਪਤ ਹੁੰਦਾ ਹੈ? ਭਾਵੇਂ ਤੁਸੀਂ ਕੋਈ ਵੀ ਕੱਪੜਾ ਪਾਇਆ ਹੋਵੇ, ਕਿਸੇ ਵੀ ਤਰੀਕੇ ਦਾ ਵੇਸ ਹੋਵੇ ਤੁਹਾਡਾ, ਅਗਰ ਤੁਹਾਡੇ ਅੰਦਰ ਸ਼ਬਦ ਹੈ, ਬਚਨ ਹੈ, ਕਲਾਮ ਹੈ ਰੱਬ ਦੀ ਕਿਰਪਾ ਨਾਲ, ਤਾਂ ਤੁਹਾਡੇ ਉਹ ਕੱਪੜੇ ਪਹਿਨਣੇ ਵੀ ਪ੍ਰਵਾਨ ਹਨ, ਤੁਹਾਡਾ ਨਹਾਉਣਾ ਧੋਣਾ ਵੀ ਪ੍ਰਵਾਨ ਹੈ, ਤੁਹਾਡਾ ਸਾਫ ਸੁਥਰਾ ਰਹਿਣਾ ਵੀ ਪ੍ਰਵਾਨ ਹੈ, ਤੁਹਾਡਾ ਉਹ ਹਰ ਵੇਸ ਪ੍ਰਵਾਨ ਹੈ ਜਿਹਦੇ ਵਿੱਚ ਨਾਮ ਹੋਏ, ਜਿਸ ਦੇ ਵਿੱਚ ਕਰਮ ਹੋਏ। ਕਿਉਂਕਿ ਕਰਮ ਨਾਲ ਮਨ ਸਾਫ ਹੋ ਜਾਂਦਾ ਹੈ। ਮਨ ਸਾਫ ਹੋਏ ਤਾਂ ਹੀ ਰੱਬ ਮਿਲਦਾ ਹੈ। ਮਨ ਮੈਲੇ ਸਭ ਕਿਛ ਮੈਲਾ, ਤਨ ਧੋਤੇ ਮਨ ਹੱਛਾ ਨਾ ਹੋਏ। ਇਹ ਜਗਤ ਭਰਮ ਭੁਲਾਇਆ, ਬਿਰਲਾ ਬੁੱਝਾ ਕੋਏ। ਮਨ ਮੈਲਾ ਤਾਂ ਸਭ ਕੁਛ ਹੀ ਮੈਲਾ ਹੈ, ਤਨ ਦੇ ਧੋਣ ਨਾਲ ਮਨ ਸਾਫ ਨਹੀਂ ਹੁੰਦਾ। ਔਰ ਸਾਰਾ ਜਗਤ ਇਸ ਭਰਮ ਦੇ ਵਿੱਚ ਹੀ ਭੁੱਲਿਆ ਫਿਰਦਾ ਹੈ। ਕੋਈ ਵਿਰਲਾ ਹੀ ਹੈ ਜਿਹਨੂੰ ਇਸ ਦੀ ਰੱਬ ਦੀ ਜਿਸ 'ਤੇ ਕਿਰਪਾ ਹੈ, ਜਿਸ ਨੂੰ ਇਸ ਦੀ ਸਮਝ ਹੈ ਕਿ ਉਹ ਵੇਸ ਕਰਕੇ ਨਹੀਂ ਮਿਲਦਾ, ਉਹ ਨਹਾਉਣ ਧੋਣ ਕਰਕੇ ਨਹੀਂ ਮਿਲਦਾ, ਉਹ ਮਨ ਕਰਕੇ ਮਿਲਦਾ ਹੈ, ਉਹ ਕਰਮ ਕਰਕੇ ਮਿਲਦਾ ਹੈ। ਕਰਮ ਮਿਲੈ ਆਖਣ ਤੇਰਾ ਨਾਉ, ਜਿਤ ਲੱਗ ਤਰਨਾ ਹੋਰ ਨਾਹੀ ਥਾਉ। ਜਿੱਥੇ ਬਚਨ ਆ ਜਾਏ, ਜਿੱਥੇ ਕਲਾਮ ਆ ਜਾਏ, ਜਿੱਥੇ ਸ਼ਬਦ ਆ ਜਾਏ, ਉਹ ਵੇਸ ਫਿਰ ਭਗਤਾਂ ਦਾ ਵੇਸ ਬਣ ਜਾਂਦਾ ਹੈ, ਸੰਤਾਂ ਦਾ ਵੇਸ ਬਣ ਜਾਂਦਾ ਹੈ। ਕਿਉਂਕਿ ਉਹ ਵੇਸ ਦੇਖ ਕੇ ਰੱਬ ਚੇਤਾ ਆਉਣਾ ਸ਼ੁਰੂ ਹੋ ਜਾਂਦਾ ਹੈ, ਰੱਬ ਦੀ ਯਾਦ ਲੱਗ ਜਾਂਦੀ ਹੈ।
ਵੇਸ ਕਿਵੇਂ ਹੈ? ਜਿੱਥੇ ਨਾਮ ਆ ਜਾਏ, ਜਿੱਥੇ ਸ਼ਬਦ ਆ ਜਾਏ, ਜਿੱਥੇ ਬਚਨ ਆ ਜਾਏ, ਜਿੱਥੇ ਕਲਾਮ ਆ ਜਾਏ। ਜਿੱਥੇ ਨਾ ਬਚਨ ਆਏ, ਨਾ ਨਾਮ ਆਏ, ਨਾ ਕਲਾਮ ਆਏ, ਨਾ ਸ਼ਬਦ ਆਏ, ਉਹ ਫਿਰ ਖਾਲੀ ਵੇਸ ਹੈ, ਉਹ ਰੱਬ ਨੂੰ ਪ੍ਰਵਾਨ ਨਹੀਂ ਹੈ। ਕਦੇ ਰੱਬ ਕਿਸੇ ਨੂੰ ਵੇਸ ਕਰਕੇ ਮਿਲਿਆ ਹੈ? ਉਸ ਨੂੰ ਕੋਈ ਵੀ ਜਪ ਸਕਦਾ ਹੈ। ਉਹ ਕਿਸੇ ਨੂੰ ਗੋਰੇ, ਚਿੱਟੇ, ਕਾਲੇ, ਮੋਟੇ, ਪਤਲੇ, ਸੋਹਣੇ, ਉੱਚੇ ਲੰਬੇ ਹੋਣ ਕਰਕੇ, ਧਨਵਾਨ ਹੋਣ ਕਰ ਨਹੀਂ ਮਿਲਦਾ। ਉਹ ਵੇਸ ਕਰਕੇ ਨਹੀਂ ਮਿਲਦਾ, ਉਹ ਕਿਰਪਾ ਕਰਕੇ ਮਿਲਦਾ ਹੈ। ਇਸੇ ਕਰਕੇ ਉਹ ਵੇਸ ਤੋਂ ਰਹਿਤ ਹੈ। ਜਿੱਥੇ ਗੁਣ ਆ ਜਾਣ, ਜਿੱਥੇ ਰੱਬੀ ਗੁਣ ਆ ਜਾਣ, ਤਾਂ ਉਹ ਫਿਰ ਰੱਬ ਦਾ ਵੇਸ ਬਣ ਜਾਂਦਾ ਹੈ। ਕਿਉਂਕਿ ਜਿੱਥੇ ਵੀ ਗੁਣਾਂ ਦਾ ਠਹਿਰਾਵ ਹੈ, ਜਿੱਥੇ ਗੁਣ ਰਹਿ ਰਹੇ ਹਨ, ਜਿੱਥੇ ਵੀ ਗੁਣਾਂ ਦਾ ਪ੍ਰਕਾਸ਼ ਹੈ, ਭਾਵੇਂ ਉਹ ਕੋਈ ਸਰੀਰ ਹੈ, ਭਾਵੇਂ ਕੋਈ ਇਮਾਰਤ ਹੈ, ਉਹ ਫਿਰ ਰੱਬ ਦਾ ਵੇਸ ਬਣ ਜਾਂਦਾ ਹੈ। ਜਿਵੇਂ ਕੋਈ ਉਸ ਨੂੰ ਗੁਰਦੁਆਰਾ ਕਹਿ ਰਿਹਾ, ਮਸਜਿਦ ਕਹਿ ਰਿਹਾ, ਕੋਈ ਹਰਿਮੰਦਰ ਸਾਹਿਬ ਕਹਿ ਰਿਹਾ, ਕੋਈ ਕਾਬਾ ਕਹਿ ਰਿਹਾ, ਕੋਈ ਵਰਿੰਦਾਵਨ ਕਹਿ ਰਿਹਾ ਹੈ। ਕਿਉਂਕਿ ਉੱਥੇ ਰੱਬ ਗੁਣਾ ਕਰਕੇ ਹੈ, ਸਰਗੁਣ ਰੂਪ ਦੇ ਵਿੱਚ। ਜਿੱਥੇ ਗੁਣ ਆ ਜਾਣਗੇ ਤਾਂ ਉੱਥੇ ਫਿਰ ਸਰਗੁਣ ਰੂਪ ਹੋ ਜਾਏਗਾ ਰੱਬ ਦਾ। ਉਹ ਸਰਗੁਣ ਰੂਪ ਹੈ ਔਰ ਨਿਰਗੁਣ ਰੂਪ ਦੇ ਵਿੱਚ ਸਾਰੀ ਕਾਇਨਾਤ ਵਿੱਚ ਹੀ ਰਮਿਆ ਹੋਇਆ ਹੈ। ਨਿਰਗੁਣ ਰੂਪ ਦੇ ਵਿੱਚ ਉਹ ਅਨਾਮ ਹੈ, ਉਸ ਦਾ ਕੋਈ ਨਾਮ ਨਹੀਂ ਹੈ। ਉਹ ਨਾਮ ਤੋਂ ਰਹਿਤ ਹੈ। ਜਿੰਨੇ ਵੀ ਧਰਮ ਹਨ ਉਹਨੂੰ ਪੁਕਾਰੇ ਹਨ, ਗੁਨਾਹ ਕਰਕੇ ਪੁਕਾਰੇ ਹਨ। ਕੋਈ ਵਾਹਿਗੁਰੂ ਕਹਿ ਰਿਹਾ, ਗੁਨਾਹ ਕਰਕੇ ਕਹਿ ਰਿਹਾ। ਅੱਲਾ ਕਹਿ ਰਿਹਾ, ਗੁਨਾਹ ਕਰਕੇ। ਰਹੀਮ ਕਹਿ ਰਿਹਾ, ਗੁਨਾਹ ਕਰਕੇ। ਸਤਨਾਮ ਕਹਿ ਰਿਹਾ, ਗੁਨਾਹ ਕਰਕੇ। ਰਾਮ ਕਹਿ ਰਿਹਾ, ਗੁਨਾਹ ਕਰਕੇ। ਪਰਮੇਸ਼ਰ ਕਹਿ ਰਿਹਾ, ਗੁਨਾਹ ਕਰਕੇ। ਜਿੰਨੇ ਵੀ ਨਾਮ ਹਨ ਗੁਨਾਹ ਕਰਕੇ ਹਨ। ਉਹ ਨਾਮ ਤੋਂ ਰਹਿਤ ਹੈ। ਨਾਮ ਉਸ ਦਾ ਹੁੰਦਾ ਜਿਸ ਦਾ ਕੋਈ ਇਲਾਕਾ ਹੋਏ, ਜਿਹਦੇ ਵਿੱਚ ਗਿਣਤੀ ਦੇ ਗੁਣ ਹੋਣ, ਜਿਸ ਦੀ ਕੋਈ ਇੱਕ ਭਾਸ਼ਾ ਹੋਏ, ਜਿਸ ਦਾ ਕੋਈ ਇੱਕ ਗ੍ਰੰਥ ਹੋਏ, ਜਿਸ ਦਾ ਕੋਈ ਇੱਕ ਧਰਮ ਹੋਏ, ਜਿਸ ਦੀ ਕੋਈ ਇੱਕ ਜਾਤ ਹੋਏ, ਜਿਸ ਦਾ ਕੋਈ ਮਜ਼ਹਬ ਹੋਏ, ਜਿਸ ਦਾ ਕੋਈ ਦੇਸ਼ ਹੋਏ, ਜਿਸ ਦਾ ਕੋਈ ਠਿਕਾਣਾ ਹੋਏ, ਜਿਸ ਦੀ ਕੋਈ ਸੀਮਾ ਹੋਏ, ਜਿਸ ਦਾ ਕੋਈ ਵਜਨ ਹੋਏ, ਜਿਸ ਨੂੰ ਨਾਪਿਆ ਤੁਲਾ ਜਾਏ, ਜਿਸ ਦਾ ਜਨਮ ਹੋਏ, ਜਿਸ ਦਾ ਮਰਨ ਹੋਏ, ਜੋ ਮਾਇਆ ਵਿੱਚ ਆਏ। ਮਗਰ ਉਹ ਰੱਬ ਇਸ ਇਹਨਾਂ ਤੋਂ ਤਾਂ ਪਰੇ ਹੈ। ਉਹ ਤਾਂ ਨਿਰਲੇਪ ਹੈ। ਉਹ ਅਨਾਮ ਹੈ। ਉਸ ਨੂੰ ਅਸੀਂ ਹਿੰਦੁਸਤਾਨੀ, ਪਾਕਿਸਤਾਨੀ, ਅਮਰੀਕਨ, ਅਫਰੀਕਨ, ਅਰਬੀਨ ਕੁਛ ਵੀ ਨਹੀਂ ਕਹਿ ਸਕਦੇ। ਉਹ ਨਾਮ ਹੈ। ਉਸ ਨੂੰ ਅਰਬੀ, ਸੰਸਕ੍ਰਿਤ, ਫਾਰਸੀ, ਪੰਜਾਬੀ, ਇੰਗਲਿਸ਼ ਅਸੀਂ ਕੁਛ ਵੀ ਨਹੀਂ ਕਹਿ ਸਕਦੇ। ਉਹ ਅਨਾਮ ਹੈ। ਜੇ ਅਸੀਂ ਉਸ ਨੂੰ ਕੁਛ ਕਹਾਂਗੇ ਤਾਂ ਅਸੀਂ ਪਾਪ ਦੇ ਹੱਕਦਾਰ ਹੋਵਾਂਗੇ, ਅਸੀਂ ਗਲਤ ਹੋਵਾਂਗੇ, ਅਸੀਂ ਅਗਿਆਨੀ ਕਹਿਲਾਵਾਂਗੇ। ਉਹ ਸਿਰਫ ਅਨਾਮ ਹੈ। ਜਿਸ ਦੇ ਗੁਣਾਂ ਦਾ ਅੰਤ ਹੀ ਨਹੀਂ, ਜਿਸ ਦਾ ਕਿਸੇ ਪਾਸੋਂ ਅੰਤ ਹੀ ਨਹੀਂ, ਤਾਂ ਉਸ ਦਾ ਫਿਰ ਇੱਕ ਨਾਮ ਨਹੀਂ ਹੋ ਸਕਦਾ। ਉਸ ਦੀ ਗਿਣਤੀ ਦੇ ਨਾਮ ਨਹੀਂ ਹੋ ਸਕਦੇ। ਉਹਦੇ ਗੁਣਾਂ ਦਾ ਅੰਤ ਨਹੀਂ, ਫਿਰ ਗੁਨਾਹ ਕਰਕੇ ਨਾਮਾਂ ਦਾ ਕਿਵੇਂ ਅੰਤ ਹੋ ਜਾਏਗਾ? ਉਸ ਦੇ ਕੋਈ 99 ਨਾਮ ਨਹੀਂ ਹਨ। ਉਸ ਦੇ ਕੋਈ 1000 ਨਾਮ ਨਹੀਂ ਹਨ। ਉਹ ਬੇਅੰਤ ਹਨ। ਹਰ ਇੱਕ ਧਾਰਮਿਕ ਗ੍ਰੰਥ 'ਚ ਉਹਦੇ ਅਲੱਗ-ਅਲੱਗ ਨਾਮਾਂ ਤੋਂ ਉਹਦਾ ਬਖਾਨ ਹੈ। ਹਰ ਇੱਕ ਧਾਰਮਿਕ ਗ੍ਰੰਥ ਦੇ ਵਿੱਚ ਤੋਂ ਸਾਰੇ ਹੀ ਗ੍ਰੰਥਾਂ ਵਿੱਚ ਉਹ ਆਪ ਹੀ ਆ ਕੇ ਬੋਲ ਰਿਹਾ। ਕਿੱਥੇ ਆ ਕੇ 99 ਨਾਮਾਂ 'ਚ ਬੋਲ ਰਿਹਾ, ਕਿੱਥੇ ਆ ਕੇ 1000 ਨਾਮਾਂ 'ਚ ਬੋਲ ਰਿਹਾ। ਹਰ ਇੱਕ ਗ੍ਰੰਥ ਵਿੱਚ ਉਹ ਆਪ ਬੋਲ ਰਿਹਾ ਗਿਆਨ ਕਰਕੇ। ਉਹ ਤਾਂ ਅਸੀਂ ਲੋਕ ਗਿਣਤੀ ਮਿਣਤੀ ਕਰ ਰਹੇ ਹਾਂ, ਮਗਰ ਉਹ ਤਾਂ ਸਾਰੇ ਗ੍ਰੰਥਾਂ ਵਿੱਚ ਅਲੱਗ-ਅਲੱਗ ਨਾਮਾਂ ਤੋਂ ਬੋਲ ਰਿਹਾ ਹੈ। ਉਹਦਾ ਤਾਂ ਕੋਈ ਅੰਤ ਹੀ ਨਹੀਂ, ਕਿਸੇ ਨੇ ਭੇਦ ਹੀ ਨਹੀਂ ਪਾਇਆ ਵੀ ਉਹਦਾ ਤਾਂ ਅੰਤ ਹੀ ਨਹੀਂ ਹੈ। ਜਿਸ ਦਾ ਕੋਈ ਇੱਕ ਰੂਪ ਹੋਏ, ਰੰਗ ਹੋਏ, ਆਕਾਰ ਹੋਏ, ਨਾਮ ਤਾਂ ਉਸ ਦਾ ਹੁੰਦਾ। ਉਹ ਤਾਂ ਨਿਰਾਕਾਰ ਹੈ। ਉਹ ਤਾਂ ਅਨਾਮ ਹੈ। ਉਹ ਅਕਾਮ ਹੈ। ਉਹ ਇੱਛਾ ਤੋਂ ਰਹਿਤ ਹੈ। ਉਹ ਨਿਸ਼ਕਾਮ ਹੈ। ਉਹ ਨਿਸ਼ਕਾਮ ਕਰਮ ਨਾਲ ਮਿਲਦਾ ਹੈ। ਉਹ ਅਗਰ ਮਨ ਵਿੱਚ ਕਪਟ ਹੈ ਤਾਂ ਉਹ ਨਹੀਂ ਮਿਲੇਗਾ ਕਦੀ। ਕੂੜ ਕਪਟ ਕਿਨੇ ਨਾ ਪਾਇਆ। ਮਨ ਦੇ ਵਿੱਚ ਨਿਸ਼ਕਾਮ ਕਰਮ ਹਨ ਤਾਂ ਹੀ ਉਸ ਦੀ ਪ੍ਰਾਪਤੀ ਹੋਏਗੀ, ਕਿਉਂਕਿ ਉਹ ਅਕਾਮ ਹੈ। ਜੇ ਨਿਸ਼ਕਾਮ ਨੂੰ ਮਿਲਣਾ ਹੈ ਤਾਂ ਤੁਹਾਨੂੰ ਵੀ ਨਿਸ਼ਕਾਮ ਹੋਣਾ ਪਏਗਾ। ਸਾਰੀ ਦੁਨੀਆਵਾਂ ਇੱਛਾਵਾਂ ਛੱਡਣੀਆਂ ਪੈਣਗੀਆਂ। ਉਸ ਦੀ ਸ਼ਰਨ ਵਿੱਚ ਜਾਣਾ ਪਏਗਾ ਨਿਸ਼ਕਾਮ ਹੋ ਕੇ। ਉਹ ਇੱਛਾ ਤੋਂ ਰਹਿਤ ਹੈ। ਉਸ ਨੂੰ ਕਿਸੇ ਦੀ ਇੱਛਾ ਨਹੀਂ ਹੈ। ਉਸ ਨੂੰ ਕਿਸੇ ਦੀ ਇੱਛਾ ਨਹੀਂ ਹੈ, ਤਾਂ ਹੀ ਤਾਂ ਅਕਾਮ ਹੈ। ਔਰ ਤੁਸੀਂ ਵੀ ਅਕਾਮ ਨਾਲ ਕਿਵੇਂ ਜੁੜੋਗੇ? ਜੇ ਤੁਹਾਨੂੰ ਵੀ ਸਾਰੀ ਇੱਛਾਵਾਂ ਛੱਡਣੀਆਂ ਪੈਣਗੀਆਂ। ਸਾਰੀਆਂ ਇੱਛਾਵਾਂ ਛੱਡਣੀਆਂ ਪੈਣਗੀਆਂ। ਤੁਹਾਨੂੰ ਵੀ ਇੱਛਾਵਾਂ ਤੋਂ ਰਹਿਤ ਹੋਣਾ ਪਏਗਾ। ਜਿੱਥੇ ਇੱਛਾ ਹੈ ਉੱਥੇ ਰੱਬ ਨਹੀਂ ਹੈ। ਜਿੱਥੇ ਇੱਛਾ ਹੈ ਉੱਥੇ ਰੱਬ ਨਹੀਂ ਹੈ। ਜਿੱਥੇ ਰੱਬ ਹੁੰਦਾ ਉੱਥੇ ਸਾਰੀ ਇੱਛਾਵਾਂ ਮਰ ਜਾਂਦੀਆਂ ਹਨ, ਖਤਮ ਹੋ ਜਾਂਦੀਆਂ ਹਨ। ਉੱਥੇ ਨਿਸ਼ਕਾਮ ਕਰਮ ਹੀ ਰਹਿ ਜਾਂਦੇ ਹਨ, ਕਿਉਂਕਿ ਉਹ ਅਕਾਮ ਹੈ। ਕਿਉਂਕਿ ਅਸੀਂ ਰੱਬ ਤੋਂ ਦੂਰ ਹਾਂ, ਇੱਛਾਵਾਂ ਕਰਕੇ ਦੂਰ ਹਾਂ। ਦੁਨਿਆਵੀ ਇੱਛਾਵਾਂ ਨੇ ਸਾਡੀਆਂ, ਇਸ ਕਰਕੇ ਰੱਬ ਤੋਂ ਦੂਰ ਹਾਂ। ਮਗਰੋਂ ਮਿਲਦਾ ਵੀ ਇੱਛਾ ਕਰਕੇ ਵੀ ਹੈ। ਇੱਕ ਪਾਸੋਂ ਇੱਛਾਵਾਂ ਛੱਡਣੀਆਂ ਪੈਂਦੀਆਂ ਹਨ। ਕਿਹੜੀਆਂ ਇੱਛਾਵਾਂ ਛੱਡਣੀਆਂ? ਦੁਨੀਆ ਦੀ ਇੱਛਾਵਾਂ। ਦੂਜੇ ਪਾਸੇ ਕਿਹੜੀ ਇੱਛਾ ਨਾਲ ਮਿਲਦਾ ਹੈ? ਵੀ ਕਿਰਪਾ ਕਰ ਰੱਬ ਸਾਡੇ 'ਤੇ, ਸਾਨੂੰ ਨਾਮ ਦੀ ਦਾਤ ਬਖਸ਼, ਇਹ ਸਾਡੀ ਇੱਛਾ ਪੂਰੀ ਕਰ, ਸਾਡਾ ਜਨਮ ਮਰਨ ਕੱਟ, ਸਾਨੂੰ ਆਪਣੇ ਨਾਲ ਜੋੜ ਲੈ, ਸਾਨੂੰ ਆਪਣੇ ਨਾਲ ਮਿਲਾ ਲੈ। ਰਾਜ ਨਾ ਚਾਓ ਮੁਕਤ ਨਾ ਚਾਓ, ਮਨਪ੍ਰੀਤ ਚਰਨ ਕਮਲਾਰੇ। ਆਪਣੇ ਚਰਨ ਕਮਲਾਂ ਨਾਲ ਜੋੜ ਲੈ।
ਆਪਣੇ ਚਰਨ ਕਮਲਾਂ ਨਾਲ ਜੋੜ ਲੈ, ਕਿਰਪਾ ਕਰ ਸਾਡੇ 'ਤੇ। ਉਹ ਇੱਛਾ ਤੋਂ ਰਹਿਤ ਹੈ ਔਰ ਮਿਲਦਾ ਵੀ ਇੱਛਾ ਕਰਕੇ ਹੈ। ਇੱਛਾ ਤੋਂ ਰਹਿਤ ਕਿਵੇਂ ਹੈ? ਦੁਨਿਆਵੀ ਇੱਛਾਵਾਂ ਛੱਡਣੀਆਂ ਪੈਣਗੀਆਂ। ਇੱਛਾ ਕਰਕੇ ਕਿਵੇਂ ਮਿਲਦਾ ਵੀ? ਸਾਡੀ ਝੋਲੀ ਵਿੱਚ ਨਾਮ ਦੀ ਦਾਤ ਪਾ, ਸਾਡੀ ਇੱਛਾ ਪੂਰੀ ਕਰ ਰੱਬ, ਕਿਰਪਾ ਕਰ ਸਾਡੇ 'ਤੇ। ਇੱਛਾ ਉਹਨਾਂ ਦੇ ਮਨ ਵਿੱਚ ਵੀ ਏ, ਇੱਛਾ ਭਗਤਾਂ ਦੇ ਮਨ ਵਿੱਚ ਵੀ ਏ। ਇੱਛਾ ਇਹਨਾਂ ਦੇ ਮਨ ਵਿੱਚ ਵੀ ਏ, ਇੱਛਾਵਾਂ ਭਗਤਾਂ ਦੇ ਮਨ ਵਿੱਚ ਵੀ ਏ। ਭਗਤਾਂ ਦੇ ਮਨ ਦੇ ਵਿੱਚ ਕੀ ਇੱਛਾ ਵੀ ਸਾਡੀ ਝੋਲੀ ਵਿੱਚ ਨਾਮ ਦੀ ਦਾਤ ਪਾ, ਸਾਡੇ 'ਤੇ ਕਿਰਪਾ ਕਰ, ਸਾਡੇ 'ਤੇ ਨਜ਼ਰ ਕਰ। ਔਰ ਇਹਨਾਂ ਦੇ ਮਨ ਦੇ ਵਿੱਚ ਕੀ ਇੱਛਾ ਹੈ ਵੀ ਸਾਨੂੰ ਕੋਠੀਆਂ ਕਾਰਾਂ, ਸਾਨੂੰ ਪੈਸਾ ਦੇ, ਸਾਡੀ ਦੁਨਿਆਵੀ ਇੱਛਾਵਾਂ ਪੂਰੀ ਕਰ। ਸਗਲ ਇੱਛ ਮੇਰੀ ਪੁੰਨੀਆ, ਜਾਂ ਪਾਇਆ ਅਗਮ ਅਪਾਰਾ। ਇੱਛਾ ਪੂਰਕ ਸਰਬ ਸੁਖ ਦਾਤਾ, ਹਰ ਜਾਕੇ ਵਸ ਹੈ ਕੰਮ ਧਿਨਾ। ਸੋ ਐਸਾ ਹਰ ਧਿਆਈਏ ਮੇਰੇ ਜੀੜੇ, ਤਾਂ ਸਰਬ ਸੁਖ ਮੇਰੇ ਮਨਾ। ਜਦੋਂ ਨਾਮ ਦੀ ਇੱਛਾ ਪੂਰੀ ਹੋ ਜਾਂਦੀ ਹੈ, ਜਦੋਂ ਰੱਬ ਨਾਮ ਦੀ ਇੱਛਾ ਪੂਰੀ ਕਰਕੇ ਸਾਡੀ ਝੋਲੀ ਵਿੱਚ ਇਹ ਦਾਤ ਪਾ ਦਿੰਦਾ, ਫਿਰ ਸਾਡੀ ਸਾਰੀ ਹੀ ਇੱਛਾਵਾਂ ਪੂਰੀ ਹੋ ਜਾਂਦੀਆਂ ਹਨ ਜਿਹਦੀ ਸਾਨੂੰ ਜ਼ਰੂਰਤ ਹੈ। ਨਵ ਨਿਧੀ 18 ਸਿੱਧੀ, ਤਿਸ ਪਿੱਛੇ ਲੱਗਿਆ ਜੇ ਫਿਰੈ, ਜੋ ਹਰ ਹਿਰਦੇ ਸਦਾ ਵਸਾਏ। ਪਹਿਲਾਂ ਸਾਰੀ ਇੱਛਾਵਾਂ ਖਤਮ ਕਰੋ, ਸਿਰਫ ਇੱਕ ਨਾਮ ਦੀ ਇੱਛਾ ਦੀ ਦਾਤ ਰੱਬ ਕੋਲੋਂ ਮੰਗੋ। ਆਹ ਦਾਤ ਆ ਜਾਏਗੀ ਤਾਂ ਸਭ ਕੁਛ ਆ ਜਾਏਗਾ। ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਛੰਦਾ, ਤੂੰ ਸਭ ਕੁਝ ਮੈਨੂੰ ਸੌਂਪਿਆ, ਜਾਂ ਤੇਰਾ ਬੰਦਾ।